Good afternoon, students. I hope all you are fine at your home. The last time ਅਸੀਂ ਸਨੈਲਸ ਲਾਅ ਦੇ ਨਿਊਮੈਰੀਕਲਸ ਡਿਸਕਸ ਕੀਤੇ ਸੀਗੇ ਤੇ ਇਹਦੇ ਨਾਲ ਆਪਣਾ ਰੀਫਰੈਕਸ਼ਨ ਦਾ ਜਿਹੜਾ ਟੌਪਿਕ ਹੈ ਇਹ ਵਾਲਾ ਇਹ ਕੀ ਆਪਣਾ ਖਤਮ ਹੋ ਗਿਆ। ਨੈਕਸਟ ਅੱਜ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਲੈਂਜ਼ਸ। ਅਗਰ ਮੇਰੀ ਆਵਾਜ਼ ਸਾਰਿਆਂ ਨੂੰ ਬਿਲਕੁਲ ਠੀਕ ਠਾਕ ਸੁਣਾਈ ਦੇ ਰਹੀ ਹੈ ਤਾਂ ਮੈਨੂੰ ਇੱਕ ਵਾਰੀ ਮੈਸੇਜ ਕਰਕੇ ਕਨਫਰਮ ਜ਼ਰੂਰ ਕਰ ਦਿਓ। ਓਕੇ ਠੀਕ ਹੈ ਤਾਂ ਸਟਾਰਟ ਕਰਦੇ ਹਾਂ ਜੀ ਲੈਂਜ਼ਸ। ਲੈਂਸਿਸ ਬਾਰੇ ਤਾਂ ਮੈਨੂੰ ਯਾਦ ਹੈ ਤੁਹਾਨੂੰ ਮੈਂ ਬੇਸਿਕ ਇੰਟਰੋਡਕਸ਼ਨ ਦੱਸਦੀ ਸੀਗੀ ਕਿ ਲੈਂਸ ਕੀ ਇੱਕ ਟ੍ਰਾਂਸਪੇਰੈਂਟ refracting material ਹੁੰਦਾ ਹੈ। Basically there are two types of lenses, one is convex lens and other is a concave lens। ਇੱਕ ਹੁੰਦਾ convex lens ਤੇ ਇੱਕ ਹੁੰਦਾ ਆਪਣੇ ਕੋਲ concave lens। ਠੀਕ ਹੈ ਜੀ। ਕਈ ਵਾਰ ਨਾ ਬੱਚਿਆਂ ਨੂੰ ਡਾਊਟ ਰਹਿੰਦਾ ਵੀ ਲੈਂਸ ਤੇ ਮਿਰਰ ਦੇ ਵਿੱਚ, ਵੈਸੇ ਡਾਊਟ ਇਹ ਰਹਿਣਾ ਨਹੀਂ ਚਾਹੀਦਾ। ਲੈਂਸ ਮੈਂ ਬੋਲਿਆ ਵੀ ਟ੍ਰਾਂਸਪੇਰੈਂਟ ਮਟੀਰੀਅਲ ਹੁੰਦੇ ਨੇ, ਟ੍ਰਾਂਸਪੇਰੈਂਟ ਮਟੀਰੀਅਲ। ਜਦੋਂ ਵੀ ਵਰਡ ਟ੍ਰਾਂਸਪੇਰੈਂਟ ਹੁੰਦਾ ਮਤਲਬ ਜਿਹਦੇ ਵਿੱਚੋਂ ਲਾਈਟ ਆਰ ਪਾਰ ਦੀ ਜਾ ਸਕਦੀ ਹੈ ਤਾਂ ਉਹ ਲੈਂਸਿਸ ਹੋ ਸਕਦੇ ਆ। ਬਟ ਜਿਨ੍ਹਾਂ ਤੋਂ ਲਾਈਟ ਰਿਫਲੈਕਟ ਹੋ ਕੇ ਵਾਪਸ ਮੁੜ ਆਉਂਦੀ ਹੈ, ਜਿਹਦੇ ਤੁਸੀਂ ਆਰ ਪਾਰ ਨਹੀਂ ਦੇਖ ਸਕਦੇ, ਉਹ ਮਿਰਰਸ ਹੁੰਦੇ ਨੇ। ਠੀਕ ਹੈ, ਮਿਰਰਸ ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂ, ਹੁਣ ਅਸੀਂ ਲੈਂਸਿਸ ਬਾਰੇ ਪੜ੍ਹਦੇ ਹਾਂ। ਤਾਂ ਕਨਵੈਕਸ ਲੈਂਸ ਦੀ ਸ਼ੇਪ ਕਿਵੇਂ ਦੀ ਹੁੰਦੀ ਹੈ? ਕਨਵੈਕਸ ਲੈਂਸ ਇੱਕ ਅਜਿਹਾ ਲੈਂਸ ਹੈ ਜਿਹੜਾ ਸੈਂਟਰ ਤੋਂ ਥਿਕ ਹੁੰਦਾ ਹੈ ਤੇ ਐਜਸ ਤੋਂ ਥਿਨ ਹੁੰਦਾ ਹੈ, ਲਾਈਕ ਦਿਸ। ਇਸ ਤਰ੍ਹਾਂ ਦੀ ਸ਼ੇਪ ਹੁੰਦੀ ਹੈ। ਇਹਦੇ ਵਿੱਚ ਸਾਰੇ ਕਿਤੇ ਕੀ ਹੈ, ਗਲਾਸ ਫਿਲ ਕਰ ਦੇਣਾ। ਸੈਂਟਰ ਤੋਂ ਹੁੰਦਾ ਥਿਕ ਤੇ ਐਜਸ ਤੋਂ ਥਿਨ ਹੁੰਦਾ ਹੈ। ਤੇ ਜੋ ਕਨਕੇਵ ਲੈਂਸ ਹੈ ਸਾਡਾ, ਉਹ ਸੈਂਟਰ ਤੋਂ ਥਿਨ ਹੁੰਦਾ ਹੈ ਤੇ ਐਜਸ ਤੋਂ ਥਿਕ ਹੁੰਦਾ ਹੈ। ਸੈਂਟਰ ਤੋਂ ਥਿਨ, ਐਜਸ ਤੋਂ ਕੀ ਹੈ, ਥਿਕ ਹੁੰਦਾ ਹੈ। ਅੱਜ ਮੈਂ ਤੁਹਾਨੂੰ ਇਹਦੇ ਨੋਟਸ ਵੀ ਭੇਜ ਦੂੰਗਾ। ਠੀਕ ਹੈ, ਆਪਣੇ ਨੋਟਸ ਪ੍ਰੋਪਰ ਜ਼ਰੂਰ ਬਣਾ ਲਿਓ ਨਾਲ ਨਾਲ, ਸੋ ਦੈਟ ਤੁਸੀਂ ਆਪਣੀ ਲੈਂਗੁਏਜ ਜਦੋਂ ਇਹਨੂੰ ਬਣਾਓਗੇ ਕਾਪੀ ਪੇਸਟ ਨਾ ਕਰਿਓ, ਆਪਦੀ ਲੈਂਗੁਏਜ ਨੋਟਸ ਬਣਾਇਓ ਤਾਂ ਕਿ ਤੁਹਾਡੇ ਲਾਈਫ ਟਾਈਮ ਇਹ ਗੱਲਾਂ ਯਾਦ ਰਹਿਣ। ਤਾਂ ਕਨਵੈਕਸ ਲੈਂਸ ਜਿਹੜਾ ਇਹਦਾ ਦੂਸਰਾ ਨਾਮ ਹੈਗਾ ਕਨਵਰਜਿੰਗ ਲੈਂਸ। ਕਨਵਰਜਿੰਗ ਲੈਂਸ ਮਤਲਬ ਇਹ ਲੈਂਸ ਕੀ ਕਰਦਾ ਹੈ, ਜਦੋਂ ਅਸੀਂ ਇਹਦੇ ਤੇ ਰੇ ਆਫ ਲਾਈਟ ਫਾਲ ਕਰਾਵਾਂਗੇ, ਇਹ ਆਫਟਰ ਰਿਫਰੈਕਸ਼ਨ ਜਿਹੜੀਆਂ ਰੇ ਆਫ ਲਾਈਟਸ ਪੈਰਲਲ ਟੂ ਪ੍ਰਿੰਸੀਪਲ ਐਕਸਿਸ ਹੋਣਗੀਆਂ, ਉਹਨੂੰ ਇੱਕ ਪੁਆਇੰਟ ਤੇ ਫੋਕਸ ਕਰਾ ਦਿੰਦਾ ਹੈ। ਜਦੋਂ ਇੱਕ ਪੁਆਇੰਟ ਤੇ ਫੋਕਸ ਹੋ ਜਾਂਦੀ ਹੈ, ਦੈਟ ਮੀਨਸ ਕੀ ਹੋ ਜਾਂਦੀ ਹੈ, ਉਹਨੂੰ ਕੀ ਬੋਲਦੇ ਸੀ, ਕਨਵਰਜ ਹੋ ਗਈ ਲਾਈਟ। ਕੀ ਹੋ ਗਈ, ਕਨਵਰਜ ਹੋ ਗਈ। ਇਸੇ ਕਰਕੇ ਇਹਨੂੰ ਕੀ ਬੋਲਦੇ ਆ, ਕਨਵਰਜਿੰਗ ਲੈਂਸ ਬੋਲਦੇ ਆ। ਤੇ ਜਿਹੜਾ ਕਨਕੇਵ ਲੈਂਸ ਹੈ, ਇਹ ਬੱਚੇ ਹੁੰਦਾ ਡਾਈਵਰਜਿੰਗ ਲੈਂਸ। ਡਾਈਵਰਜਿੰਗ ਲੈਂਸ ਇਹ ਕੀ ਕਰਦਾ ਹੈ, ਜਿਹੜੀਆਂ ਰੇ ਆਫ ਲਾਈਟਸ ਪੈਰਲਲ ਟੂ ਪ੍ਰਿੰਸੀਪਲ ਐਕਸਿਸ ਇਹਦੇ ਚੋਂ ਪਾਸ ਕਰਦੇ ਨੇ, ਉਹਨੂੰ ਖੰਡਿਆ ਦਿੰਦਾ ਹੈ। ਖੰਡਿਆ ਉਹਨੂੰ ਕੀ ਬੋਲਦੇ ਸੀ, ਡਾਈਵਰਜ ਕਰਨਾ। ਤਾਂ ਲਾਈਟ ਡਾਈਵਰਜ ਹੋ ਜਾਂਦੀ ਹੈ। ਠੀਕ ਹੈ ਜੀ। ਇਹਦੇ ਵਿੱਚ ਵੀ ਇੱਥੇ ਕੀ ਹੈ, ਗਲਾਸ ਫਿਲ ਕੀਤਾ ਹੋਇਆ। ਓਕੇ, ਹੁਣ ਇਹਦੀ ਡੈਫੀਨੇਸ਼ਨ ਲਿਖਣੀ ਬੜਾ ਸਿੰਪਲ ਹੈ ਜੀ। ਇਟ ਇਜ਼ ਅ ਟਾਈਪ ਆਫ ਅ ਲੈਂਸ, it is a type of lens which is thick from center and thin from the edges। Similarly ਤੁਸੀਂ concave ਵੀ ਲਿਖ ਸਕਦੇ ਹੋ, ਉਹਨੂੰ ਕੀ ਲਿਖੋਗੇ, it is a type of lens which is thin from center and thick from the edges। ਠੀਕ ਹੈ ਜੀ। ਓਕੇ, ਨੈਕਸਟ ਇੱਕ ਇੰਪੋਰਟੈਂਟ ਇਹਦੇ ਨਾਲ ਹੀ ਇੰਪੋਰਟੈਂਟ ਆਪਾਂ ਕਹਿ ਸਕਦੇ ਪੈਰਾਮੀਟਰ ਜਿਹੜਾ ਅਸੀਂ ਅੱਗੇ ਜਾ ਕੇ ਪੜਾਂਗੇ, ਬਟ ਮੈਂ ਲਗਾਉਂਗਾ ਸਟਾਰਟਿੰਗ ਦੇ ਵਿੱਚ ਹੀ
ये जिहड़ी फोकल लेंथ हुंदी है, फोकल लेंथ ऑफ कन्वैक्स लेंस वो पॉजिटिव होंगी है। ये समझाऊंगा मैं अगे जाके। बट एक चीज ध्यान रखियो, ਤੁਹਾਡੇ ਸਿਲੇਬਸ ਦੇ ਅਕੋਰਡਿੰਗ ਇਹ ਫੋਕਲ ਲੈਂਥ ਤੁਹਾਨੂੰ ਹਮੇਸ਼ਾ ਕਨਵੈਕਸ ਲੈਂਥ ਦੀ ਪੋਜ਼ਿਟਿਵ ਮਿਲੂਗੀ। ਬਟ ਮੈਂ ਅਗਰ ਕਹਾ ਵੀ ਆਲਵੇਜ਼ ਪੋਜ਼ਿਟਿਵ ਹੁੰਦੀ ਹੈ, ਜਿਵੇਂ ਕਹਾ ਆਲਵੇਜ਼ ਪੋਜ਼ਿਟਿਵ, ਤਾਂ ਇਹ ਗਲਤ ਹੈ। ਕਨਵੈਕਸ ਲੈਂਸ ਦੀ ਜਿਹੜੀ ਫੋਕਲ ਲੈਂਥ ਆਲਵੇਜ਼ ਪੋਜ਼ਿਟਿਵ ਨਹੀਂ ਹੁੰਦੀ। ਮੈਂ ਤੁਹਾਨੂੰ ਕੁਝ ਇਹਦੇ ਇਹੋ ਜਿਹੇ ਕੇਸਿਸ ਕਰਵਾਉਂਗਾ ਜਿਹਦੇ ਵਿੱਚ ਅਸੀਂ ਦੇਖਾਂਗੇ ਕਿ ਫੋਕਲ ਲੈਂਥ ਪੋਜ਼ਿਟਿਵ ਨਹੀਂ ਹੋਊਗੀ, ਉਹ ਆਪਾਂ ਗੱਲ ਕਰਾਂਗੇ ਇਹਦੇ ਵਿੱਚ। ਤੇ ਐਵੇਂ ਤੁਸੀਂ ਇੱਕ ਧਿਆਨ 'ਚ ਰੱਖਣਾ ਹੈ ਕਿ ਜਿਹੜੀ ਫੋਕਲ ਲੈਂਥ ਹੁੰਦੀ ਹੈ ਕੌਨਕੇਵ ਲੈਂਸ ਦੀ, वो जनरली नेगेटिव होंगी है, बट ऑलवेज नेगेटिव होंगी है, सेम वही ये कहना गलत होगा। ठीक है जी, जिन्होंने फोकल लेंथ का कंसेप्ट पता है वो वेल एंड गुड है, जिन्होंने नहीं पता वो कोई नहीं अगे जाके ਆਪਾਂ ਸਮਝਣਾ। ਤਾਂ ਐਕਚੁਅਲ ਦੇ ਵਿੱਚ ਜਿਵੇਂ ਤੁਹਾਨੂੰ ਮੈਂ ਲਾਸਟ ਟਾਈਮ ਵੀ ਦੱਸਿਆ ਸੀਗਾ ਕਿ ਜਿਹੜੇ ਇਹ ਲੈਂਸ ਹੁੰਦੇ ਨੇ, ਇਹ ਲੈਂਸਸ ਕੀ ਇੱਕ ਸਫੀਅਰ ਦਾ ਪਾਰਟ ਹੁੰਦੇ ਆ ਹਨਾ। ਬੁੱਕ ਦੇ ਵਿੱਚ ਐਵੇਂ ਦੀ ਸਟੇਟਮੈਂਟ ਲਿਖੀ ਹੁੰਦੀ ਵੀ ਲੈਂਸਸ ਆਰ ਦਾ ਪਾਰਟ ਆਫ ਸਫੈਰਿਕਲ ਗਲਾਸ ਜਾਂ ਰਿਫਰੈਕਟਿੰਗ ਮਟੀਰੀਅਲ। ਤਾਂ ਜਿਵੇਂ ਮੰਨ ਲਓ ਆ ਇੱਕ ਸਫੀਅਰ ਹੈ ਹਨਾ, ਇਹਦੇ ਵਿੱਚੋਂ ਅਸੀਂ ਜਦੋਂ ਇਦਾਂ ਕੁਝ ਪਾਰਟ ਇਹਦਾ ਕੱਟ ਕਰਦੇ ਹਾਂ ਦਿਸ ਵਨ, ਤਾਂ ਜਿਹੜਾ ਅਸੀਂ ਆਹ ਵਾਲਾ ਪਾਰਟ ਇਹਦਾ ਕੱਟ ਕੀਤਾ ਦਿਸ ਵਨ, ਤਾਂ ਇਹਦਾ ਆਪਾਂ ਨੂੰ ਪਤਾ ਬੱਚੇ ਇਸ ਸਾਈਡ ਇਹਦੇ ਸੈਂਟਰ ਤੋਂ ਇਹਦਾ ਕੋਈ ਨਾ ਕੋਈ ਰੇਡੀਅਸ ਵੀ ਹੋਏਗਾ, ਦੈਟ ਇਜ਼ r1। ਠੀਕ ਹੈ, ਤਾਂ ਜਿਹੜਾ ਹਾ ਫਸਟ ਸਰਫੇਸ ਹੈ ਇਹਨੂੰ ਤੁਸੀਂ ਕੀ ਬੋਲਣਾ, ਫਸਟ ਸਰਫੇਸ। फस्ट सरफेस, इस फस्ट सरफेस का रेडियस ਤੁਸੀਂ r1 ਲੈਣਾ। ठीक है, ਤੁਸੀਂ ਆਪਣੀ ਮਰਜ਼ੀ ਨਾਲ ਕੋਈ ਹੋਰ ਵੀ ਰੱਖ ਸਕਦੇ ਹੋ। ठीक है, ਫਿਲਹਾਲ ਜੋ ਮੇਰੇ ਅਕੋਰਡਿੰਗ ਹੈ ਉਹ ਮੈਂ r1 ਲੈ ਕੇ ਚੱਲਦਾ। ਤੇ ਜਦੋਂ ਅਸੀਂ ਇਸ ਸਾਈਡ ਤੋਂ ਇਸ ਨੂੰ ਕੱਟ ਕਰਦੇ ਹਾਂ ਤਾਂ ਜਿਹੜਾ ਇਹਦਾ ਆਹ ਵਾਲਾ ਸਰਫੇਸ ਹੈ राइट हैंड साइड का सरफेस दिस वन, ਇਹਦਾ ਜਿਹੜਾ ਰੇਡੀਅਸ ਹੋਊਗਾ ਆ ਵੀ ਕੋਈ ਨਾ ਕੋਈ ਰੇਡੀਅਸ ਹੋਊਗਾ, ਇਹ ਸਪੋਜ਼ ਕੀ r2 ਹੈ। ਹੁਣ ਦੇਖੋ ਇਹ ਤਾਂ ਇੱਕ ਸਫੀਅਰ ਹੈ ਤਾਂ ਦੋਨਾਂ ਦਾ ਰੇਡੀਅਸ ਕੀ ਹੈ, ਸੇਮ ਹੈ। ਬਟ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਹਮੇਸ਼ਾ ਦੋ ਸੇਮ ਰੇਡੀਅਸ ਤੋਂ ਹੀ ਮਿਲਾ ਕੇ ਇੱਕ ਕੀ ਹੈ ਲੈਂਥ ਬਣਾਈਏ, ਅਲੱਗ-ਅਲੱਗ ਰੇਡੀਅਸ ਵੀ ਹੋ ਸਕਦੇ ਆ। ਠੀਕ ਹੈ ਜੀ, ਤਾਂ ਸਾਈਨ ਕਨਵੈਨਸ਼ਨ ਦਾ ਥੋੜਾ ਧਿਆਨ ਰੱਖਣਾ ਹੈ। ਆ ਦੇਖੋ ਜਿਵੇਂ ਆਪਾਂ ਸਾਈਨ ਕਨਵੈਨਸ਼ਨਸ ਲੈ ਕੇ ਚੱਲਦੇ ਆ ਕਿ ਇਸ ਸਾਈਡ ਹੁੰਦਾ ਪਲੱਸ x ਐਕਸਿਸ, ਇਸ ਸਾਈਡ ਹੁੰਦੀ ਹੈ ਮਾਈਨਸ x ਐਕਸਿਸ। ਤਾਂ ਲੈਂਸ ਨੂੰ ਫੋਰ ਐਗਜ਼ਾਮਪਲ ਅਸੀਂ ਐਵੇਂ ਰੱਖਦੇ ਹਾਂ ਤਾਂ ਇਹਦਾ ਜਿਹੜਾ ਸੈਂਟਰ ਆ ਬਿਲਕੁਲ ਓਰਿਜਨ ਤੇ ਰੱਖਣਾ ਹੈ। ਤਾਂ ਜਿਹੜਾ ਇਹਦਾ ਬੱਚੇ ਫਸਟ ਸਰਫੇਸ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਹੈ ਆਹ ਵਾਲਾ, ਇਹਦਾ ਦੇਖੋ ਜਿਹੜਾ ਰੇਡੀਅਸ ਆ ਉਹ ਰਾਈਟ ਹੈਂਡ ਸਾਈਡ ਆ ਰਿਹਾ ਨਾ, ਰਾਈਟ ਹੈਂਡ ਸਾਈਡ ਕੀ ਹੈ ਪੋਜ਼ਿਟਿਵ x। ਤਾਂ ਜਿਹੜਾ ਫਸਟ ਸਰਫੇਸ ਹੈ ਬੱਚੇ ਇਹ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ, ਜਿਹੜਾ ਇਹਦਾ ਰੇਡੀਅਸ ਹੈ r1 ਉਹਨੂੰ ਪੋਜ਼ਿਟਿਵ ਲਿਖਣਾ ਹੈ। मतलब जिन्नियां भी वैल्यूज ਅਸੀਂ ਪੁੱਟ ਕਰਾਂਗੇ ਉਹਨਾਂ ਦੇ ਅੱਗੇ ਸਾਈਨ ਪਲੱਸ ਦਾ ਹੋਣਾ ਚਾਹੀਦਾ ਹੈ। ਜਿਹੜਾ ਦੂਸਰਾ ਸਰਫੇਸ ਹੈ ਇਸ ਸਾਈਡ ਦਿਸ ਵਨ, ਜਿਹੜਾ ਆਹ ਵਾਲਾ ਸਰਫੇਸ ਹੈ ਇਹਦਾ ਜਿਹੜਾ ਕਰਵ ਹੈ ਇਸ ਸਾਈਡ ਹੈ ਨਾ, ਤੇ ਇਹਦਾ ਜਿਹੜਾ ਰੇਡੀਅਸ ਉਹ ਇਸ ਸਾਈਡ ਹੋਏਗਾ, ਮਤਲਬ ਲੈਫਟ ਹੈਂਡ ਸਾਈਡ ਹੋਏਗਾ। ਤਾਂ ਇਹਦਾ ਜਿਹੜਾ ਰੇਡੀਅਸ ਹੈ ਜਦੋਂ ਇਹਦੀ ਵੈਲਿਊ ਅਸੀਂ ਪੁੱਟ ਕਰਿਆ ਕਰਾਂਗੇ ਫਾਰਮੂਲਾ ਕਿਸੇ ਵੀ ਜਗ੍ਹਾ ਤੇ, ਤਾਂ ਇਹਦਾ ਆਨਸਰ ਨੈਗੇਟਿਵ ਜਾਏਗਾ। ਠੀਕ ਹੈ, मैं हमेशा कहना ਹੁੰਦਾ ਸਾਈਨ ਕਨਵੈਨਸ਼ਨ ਸਾਨੂੰ ਅਲੱਗ ਤੋਂ ਯਾਦ ਰੱਖਣ ਦੀ ਲੋੜ ਨਹੀਂ ਹੁੰਦੀ। ਆਲਰੇਡੀ ਅਸੀਂ ਪੜ੍ਹਦੇ ਹਾਂ ਕਿ ਅਲੋਂਗ ਦਾ ਇਹ ਰਾਈਟ ਹੈਂਡ ਸਾਈਡ ਪੋਜ਼ਿਟਿਵ x ਐਕਸਿਸ ਹੁੰਦੀ ਹੈ, ਅਲੋਂਗ ਦਾ ਲੈਫਟ ਹੈਂਡ ਸਾਈਡ ਨੈਗੇਟਿਵ x ਐਕਸਿਸ ਹੁੰਦੀ ਹੈ। ਅਸੀਂ ਉਸੇ ਨੂੰ ਹੀ ਯੂਜ਼ ਕਰਦੇ ਹਾਂ, ਅਸੀਂ ਕੋਈ ਨਵੀਂ ਸਾਈਨ ਕਨਵੈਨਸ਼ਨ ਨਹੀਂ ਬਣਾ ਰਹੇ। ਤਾਂ ਕਿ ਜਿਹੜੇ ਲੈਂਸ ਨੇ ਬੱਚੇ, ਲੈਂਸਸ ਦੀਆਂ ਵੀ ਟਾਈਪਸ ਹੁੰਦੀਆਂ ਨੇ। ਜਿਵੇਂ ਮੈਂ ਗੱਲ ਕਰਾਂ ਟਾਈਪਸ ਆਫ ਕਨਵੈਕਸ ਲੈਂਸ, टाइप्स ऑफ कॉन्वेक्स लेंस। तो कॉन्वेक्स लेंस एक तो सानू कुछ इदां देखने मिलता है, इत्थे थोड़ी ड्राइंग तुहानू पता भी ज्यादा वधिया नहीं हुंदी, लाइक दिस। इत्थे सेंटर ते दा ऑप्टिकल सेंटर हुंदा है। ठीक है, आ सारा की है ग्लास है ਇਹਦੇ ਅੰਦਰ।
ਹੁਣ देखो आ वाला फर्स्ट सरफेस है जिहदा रेडियस मैं तुहानूं की बोलिया सी R1, ये सैकेंड सरफेस जिहदा रेडियस R2। अगर इफ दोनों रेडियस की जिहड़ी वैल्यू है वो इक्वल होवे, आहो देखो एक पॉजिटिव होगी तो नेगेटिव होगी, वो साइन कन्वेंशन है, बट मैग्नीट्यूड सेम होगी। मतलब मैं कहता भी R1 भी 5 सेंटीमीटर है, R2 भी 5 सेंटीमीटर है, हम बस R2 ਦੇ ਮੂਹਰੇ ਅਸੀਂ ਮਾਈਨਸ ਲਗਾ ਦਾਂਗੇ। अगर इन्हां दा रेडियस ऑफ कर्वेचर सेम होवे ਤਾਂ इस तरह तरीके ਦਾ ਜਿਹੜਾ ਕਨਵੈਕਸ ਲੈਂਸ ਹੁੰਦਾ ਉਹਨੂੰ ਅਸੀਂ ਬੋਲਦੇ ਹਾਂ ਬਾਈ ਕਨਵੈਕਸ ਲੈਂਸ। ਇਹਦਾ ਨਾਮ ਹੈ बाई कन्वेक्स लेंस, ਜਿਹਦਾ दूसरा नाम हैगा इक्यू इक्यू कन्वेक्स लेंस। ਤੁਹਾਡੀ ਮਰਜ਼ੀ ਹੈ ਤੁਸੀਂ कोई भी एक नाम रख सकते हो। अच्छा दूसरा कई बार सानू लेंस इदां दा भी देखने को मिल सकता है, लाइक दिस। मतलब ए वाला जिहड़ा सरफेस है R1, जिहड़ा ए वाला ये देखो ये स्ट्रेट लाइन दा जिहड़ा रेडियस होंदा वो इनफाइनाइट होंदा है। ठीक है जी, R1 की कुछ ना कुछ वैल्यू हो सकती है, R कुछ भी 1 सेंटीमीटर 2 सेंटीमीटर 3 सेंटीमीटर 4 सेंटीमीटर वटएवर कुछ भी हो सकता है। बट अगर R2 इनफाइनाइट है तो इस तरीके दे असी लेंस नूं बोलदे हां बच्चे प्लेनो कन्वेक्स लेंस, प्लेनो कन्वेक्स लेंस। लो ये दो तरह के लेंस होंदे हैं। ठीक है, और भी टाइप्स हैगियां ने बट फिलहाल तुहाडे लई इन्ना ही बहुत है। सिमिलरली टाइप्स ऑफ concave lens, types of concave lens। ਇਹਦੇ ਵਿੱਚ ਵੀ ਬੱਚੇ ਇੱਕ ਤਾਂ ਇਹ ਆ ਜਾਂਦਾ ਵੀ ਜਿਨ੍ਹਾਂ ਦਾ ਰੇਡੀਅਸ ਆਫ ਕਰਵੇਚਰ ਸੇਮ ਹੋਵੇ, ਜਿਵੇਂ ਕਾ ਕਰਵ ਹੋਗੀ ਇੱਕ ਇਹ ਕਰਦਾ ਹੈ ਐਦਾਂ। ਠੀਕ ਹੈ, ਹੁਣ ਦੇਖੋ ਇਹਦਾ ਜਿਹੜਾ ਫਸਟ ਸਰਫੇਸ ਆ ਉਹ ਇਸ ਤਰੀਕੇ ਨਾਲ ਹੈ ਫਸਟ ਸਰਫੇਸ, ਤੇ ਉਹਦਾ ਜਿਹੜਾ ਰੇਡੀਅਸ ਹੈ ਲੈਫਟ ਹੈਂਡ ਸਾਈਡ ਜਾਊਗਾ। दैट मींस ਇਹਨੂੰ ਅਸੀਂ ਕੀ ਕੰਸੀਡਰ ਕਰਨਾ ਇਹਦੇ ਰੇਡੀਅਸ ਨੂੰ ਨੈਗੇਟਿਵ, ਕਿ ਇਹ ਨੈਗੇਟਿਵ ਐਕਸ ਐਕਸਿਸ ਦੇ ਅਲੋਂਗ ਹੈ। ਤਾਂ ਇਹਨੂੰ ਤੁਸੀਂ ਫਸਟ ਸਰਫੇਸ ਕਹਿਣਾ, ਮੰਨ ਲਓ ਇਹਦਾ ਰੇਡੀਅਸ R1, ਇਹ ਕੀ ਹੈ ਨੈਗੇਟਿਵ। ये सेकंड है R2, ਇਹਦਾ ਜਿਹੜਾ रेडियस जाएगा राइट हैंड साइड, मतलब क्या होगा पॉजिटिव। अगर किसी कॉनकेव लेंस के दोनों रेडियस ऑफ कर्वेचर इक्वल हो, मतलब उनका मैग्नीट्यूड सेम हो, तो ਇਹੋ ਜਿਹੇ कॉनकेव लेंस ਨੂੰ ਅਸੀਂ बाई कॉनकेव लेंस बोलते हैं। ਜਾਂ इक्यू कॉनकेव लेंस। ठीक है जी, अगर साडे कोले कुछ इदां दा लेंस सानू मिलता है, लाइक दिस, इस तरीके ना, मतलब इहदा रेडियस कुछ ना कुछ होएगा। सपोज R नेगेटिव होएगा, जिहड़ा R2 है ये स्ट्रेट लाइन हो गया इनफाइनाइट। अगर बच्चे ਇਹੋ जी कंडीशन ਦਾ ਤੁਹਾਨੂੰ कोई कॉनकेव लेंस मिलता है तो ਇਹਨੂੰ बोलना ਤੁਸੀਂ प्लेनो कॉनकेव लेंस, प्लेनो कॉनकेव लेंस। लो ये हो गया टाइप्स। इज इट क्लियर टू ऑल? अगर सारे ਨੂੰ क्लियर है तो मैंने भी यस का मैसेज जरूर सेंड कर दो सो दैट आप आगे चल सकिए। बिल्कुल बेसिक ही है जी, मैं दसिया ਇਹਦੇ ਵਿੱਚ ਹੋਰ मैं कुछ खास डिटेल नहीं दसी हैगी। ओके ठीक है जी, मैसेज आ गया अभी करके रहे यस सर। ठीक है ओके, कोशिश करा करो बच्चे सारे रिप्लाई करा करो। अच्छा टाइप्स ऑफ लेंसेज तो बाद असी थोड़ा जा लेंस दे बारे, लेंस दे कुछ पैरामीटर्स बारे स्टडी करते हैं। ये है साडे कोल जी कन्वेक्स लेंस। जेडी लाइन एक इमेजिनरी लाइन जेडी
इस लेंस के बिल्कुल सेंटर ਨੂੰ क्रॉस करती है। ਇੱਥੇ ਲੈਂਸ ਦਾ ਸੈਂਟਰ ਹੈ ਜਿਹਨੂੰ ਅਸੀਂ ਕੀ ਬੋਲਦੇ ਹਾਂ ਆਪਟੀਕਲ ਸੈਂਟਰ। ਆਪਟੀਕਲ ਸੈਂਟਰ ਇੱਕ ਅਜਿਹੀ ਲਾਈਨ, ਇੱਕ ਇਮੇਜਿਨਰੀ ਲਾਈਨ ਜਿਹੜੀ ਆਪਟੀਕਲ ਸੈਂਟਰ ਚੋਂ ਪਾਸ ਕਰਦੀ ਹੈ। that line is called principal axis। ਜਿਵੇਂ ਅਸੀਂ ਮਿਰਰਸ ਦੇ ਵਿੱਚ ਵੀ ਪੜ੍ਹਦੇ ਸੀ as it is ਇਹਦੇ ਵਿੱਚ ਵੀ ਕੀ ਹੈ ਪ੍ਰਿੰਸੀਪਲ ਐਕਸਿਸ ਹੁੰਦੀ ਹੈ। ਹੁਣ ਦੇਖੋ ਇਹਨੂੰ ਮੈਂ ਤੁਹਾਨੂੰ ਕੀ ਕਿਹਾ ਇਹ ਹੈਗਾ ਫਸਟ ਸਰਫੇਸ, ਇਹ ਹੈਗਾ ਆਪਣੇ ਕੋਲ ਸੈਕੰਡ ਸਰਫੇਸ। ਤਾਂ ਦੇਖੋ ਬੱਚੇ ਜੇ ਅਸੀਂ ਇਸ ਡਾਇਗਰਾਮ ਨੂੰ ਦੇਖੀਏ ਫਸਟ ਸਰਫੇਸ ਦਾ ਜਿਹੜਾ ਰੇਡੀਅਸ ਹੈ ਤਾਂ ਤੁਹਾਨੂੰ ਪਤਾ ਨਾ ਉਹ ਰਾਈਟ ਹੈਂਡ ਸਾਈਡ ਹੋਏਗਾ। ਤਾਂ ਇਸ ओरिजिन ਤੋਂ ਲੈ ਕੇ ਸਪੋਜ਼ ਆ ਇੱਕ ਪੁਆਇੰਟ ਹੈ ਜਿੱਥੇ ਫਸਟ ਸਰਫੇਸ ਦਾ ਸੈਂਟਰ ਹੈ C1। ਹੁਣ ਇਹ ਸੈਂਟਰ ਕਿਵੇਂ ਬਣਾਇਆ ਹੈ ਆ ਦੇਖੋ ਅਗਰ ਮੈਂ ਤੁਹਾਨੂੰ ਇੱਥੇ ਚਲੋ ਮੈਂ ਨੈਕਸਟ ਬਤਾ ਦਿੰਦਾ। ਮੈਂ ਤੁਹਾਨੂੰ ਕੀ ਕਿਹਾ ਸੀਗਾ ਕਿ ਜਿੰਨੇ ਵੀ ਇਹ ਲੈਂਸ ਨੇ ਇੱਕ ਸਫੀਅਰ ਦਾ ਪਾਰਟ ਨੇ। ਇਦਾਂ ਇੱਕ ਸਫੀਅਰ ਸੀਗਾ ਆਪਾਂ ਇਹਨੂੰ ਫਸਟ ਪਾਰਟ ਮੰਨਿਆ। ਜਿਹੜਾ ਇਹ ਫਸਟ ਪਾਰਟ ਹੈ ਬੱਚੇ ਉਹਦਾ A ਸਾਈਡ ਸੈਂਟਰ ਤਾਂ ਹੋਊਗਾ ਨਾ ਕੋਈ ਤਾਂ ਹੀ ਉਹਦਾ ਰੇਡੀਅਸ ਬਣੂਗਾ। ਤਾਂ ਇਸ ਤਰੀਕੇ ਦੇ ਨਾਲ ਮੈਂ ਅੰਦਾਜ਼ੇ ਦੇ ਨਾਲ ਇਸ ਫਸਟ ਸਰਫੇਸ ਦਾ ਇੱਧਰ ਲਿਖਤਾ ਸੈਂਟਰ C1। ਅੱਛਾ ਬੁੱਕ ਵਾਲੇ ਨੇ ਇਹਨੂੰ 2F1 ਲਿਖਦੇ ਆ ਉਹ ਤੁਹਾਡੀ ਮਰਜ਼ੀ ਹੈ ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਲਿਖ ਸਕਦੇ। ਇਸ ਆਪਟੀਕਲ ਸੈਂਟਰ ਤੇ ਸੈਂਟਰ ਆਫ ਕਰਵੇਚਰ ਦੇ ਬਿਲਕੁਲ ਮਿਡ ਦੇ ਵਿੱਚ ਇੱਕ ਪੁਆਇੰਟ ਹੁੰਦਾ that point is known as F1। 1 क्यों पा रहे हैं क्योंकि ये फर्स्ट सरफेस है। इसमें दो सरफेस होंगे ना फर्स्ट और सेकंड ਤਾਂ ਮੈਂ 1 ਪਾ ਰਹੇ ਹਾਂ। ਇਸ ਪੁਆਇੰਟ ਨੂੰ ਬੋਲਦੇ ਆ ਬੱਚੇ ਅਸੀਂ ਫੋਕਸ ਜਾਂ ਪ੍ਰਿੰਸੀਪਲ ਫੋਕਸ ਇਹਨੂੰ ਬੋਲਿਆ ਜਾਂਦਾ ਹੈ। ਤੇ ਸੀ ਨੂੰ ਕੀ ਬੋਲਦੇ ਸੀ ਸੈਂਟਰ ਆਫ ਕਰਵੇਚਰ। ਕਰਵੇਚਰ ਦਾ ਸੈਂਟਰ ਹੈ। ਤਾਂ ਆਪਟੀਕਲ ਸੈਂਟਰ ਤੋਂ ਜੋ ਸੈਂਟਰ ਆਫ ਕਰਵੇਚਰ ਤੱਕ ਦਾ ਜਿਹੜਾ ਡਿਸਟੈਂਸ ਹੈ ਦਿਸ वन ਇਹ ਤੁਹਾਨੂੰ ਸਭ ਨੂੰ ਪਤਾ ਲੱਗ ਹੀ ਗਿਆ ਹੋਊਗਾ। ਇਹਨੂੰ ਅਸੀਂ ਕੀ ਬੋਲਦੇ ਹਾਂ ਇਹਨੂੰ ਅਸੀਂ ਬੋਲਦੇ ਹਾਂ R1 मतलब radius of curvature। radius of curvature similarly ਹੁਣ ਜੇ ਅਸੀਂ ਸੈਕੰਡ ਸਰਫੇਸ ਦੀ ਗੱਲ ਕਰੀਏ ਸੈਕੰਡ ਸਰਫੇਸ ਦਾ ਲੈਫਟ ਹੈਂਡ ਸਾਈਡ ਕੀ ਹੈ ਸੈਂਟਰ ਹੋਊਗਾ ਸਪੋਜ਼ ਇੱਥੇ। ਵੈਸੇ ਦੇਖੋ ਜਿਹੜਾ ਮੈਂ ਇਹ ਲੈਂਸ ਲੈ ਕੇ ਚੱਲ ਰਿਹਾ ਮੈਂ ਇਹਦੇ ਵਿੱਚ ਅਸਿਊਮ ਕਰਕੇ ਚੱਲ ਰਿਹਾ ਕਿ ਜਿੰਨਾ ਦੋਨਾਂ ਸਰਫੇਸਿਸ ਦਾ ਰੇਡੀਅਸ ਸੇਮ ਹੈ ਬਟ ਜ਼ਰੂਰੀ ਨਹੀਂ ਹੈ ਵੀ ਹਮੇਸ਼ਾ ਹੀ ਸੇਮ ਹੋਊਗਾ ਅਲੱਗ-ਅਲੱਗ ਵੀ ਹੋ ਸਕਦੇ ਆ। ਤਾਂ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਇਹ ਸੇਮ ਵਾਲਾ ਕੇਸ ਲੈ ਕੇ ਚੱਲੋ ਜਿਹਦਾ ਡਾਇਗਰਾਮ ਤੁਹਾਡੇ ਪ੍ਰੋਪਰ ਬਣਿਆ ਕਰਨਗੀਆਂ। ਤਾਂ ਜਿੰਨਾ ਆਪਟੀਕਲ ਸੈਂਟਰ ਤੋਂ ਸੈਂਟਰ ਆਫ ਕਰਵੇਚਰ C1 ਦੇ ਵਿਚਕਾਰ ਦਾ ਡਿਸਟੈਂਸ ਆ ਅਪਰੋਕਸੀਮੇਟ ਉਨਾ ਹੀ ਡਿਸਟੈਂਸ ਮੈਂ ਇਸ ਸਾਈਡ ਬਣਾ ਰਿਹਾ ਸਪੋਜ਼ ਇੱਥੇ ਹੋ ਗਿਆ C2। ਠੀਕ ਹੈ ਹੁਣ C2 ਕਿਉਂ ਲਿਖਿਆ ਕਿਉਂਕਿ ਇਹ ਜਿਹੜਾ ਸੈਕੰਡ ਸਰਫੇਸ ਹੈ ਉਹਦਾ ਸੈਂਟਰ ਹੈ। ਅੱਛਾ ਤੇ ਇਹਦੇ ਬਿਲਕੁਲ ਮਿਡ ਦੇ ਵਿੱਚ ਇਸ ਸਾਈਡ ਇੱਕ ਹੋਊਗਾ ਫੋਕਸ ਪੁਆਇੰਟ। ਤਾਂ ਲੈਂਸ ਦੇ ਕੇਸਿਸ ਦੇ ਵਿੱਚ ਬੱਚੇ ਦੋ ਸਾਡੇ ਕੋਲੇ ਰੇਡੀਅਸ ਆਫ ਕਰਵੇਚਰ ਹੁੰਦੇ ਨੇ ਤੇ ਦੋ ਸਾਡੇ ਕੋਲੇ ਫੋਕਸ ਹੁੰਦੇ ਨੇ। ਇੱਕ ਖਾਸ ਕਰਕੇ ਤੁਸੀਂ ਧਿਆਨ ਰੱਖਣਾ ਇੱਕ ਇਹ ਰੇਡੀਅਸ R ਤੇ ਆਪਟੀਕਲ ਸੈਂਟਰ ਤੇ ਫੋਕਸ ਦੇ ਵਿਚਕਾਰ ਦਾ ਜਿਹੜਾ ਡਿਸਟੈਂਸ ਹੁੰਦਾ ਹੈ this one and this one। ਇਸ ਡਿਸਟੈਂਸ ਨੂੰ ਅਸੀਂ ਬੋਲਦੇ ਹਾਂ ਛੋਟੀ f। ਛੋਟੀ f ਨੂੰ ਅਸੀਂ ਬੋਲਦੇ ਹਾਂ ਫੋਕਲ ਲੈਂਥ। ਫੋਕਲ ਲੈਂਥ ਠੀਕ ਹੈ ਆ ਵੀ ਫੋਕਲ ਲੈਂਥ। ਬਟ ਨਾ ਲੈਂਸ ਦੇ ਵਿੱਚ ਅਸੀਂ ਦੇਖੋ ਅਸੀਂ ਮਿਰਰ ਦੇ ਕੇਸਿਸ ਵੀ ਪੜ੍ਹੇ ਸੀਗੇ ਆਬਜੈਕਟ ਅਸੀਂ ਲੈਫਟ ਹੈਂਡ ਸਾਈਡ ਰੱਖ ਕੇ ਦੇਖਦੇ ਹਾਂ ਠੀਕ ਹੈ। ਅਸੀਂ ਰਾਈਟ ਹੈਂਡ ਸਾਈਡ ਦੀ ਇਸ ਲੈਂਸ ਦੀ ਰਾਈਟ ਹੈਂਡ ਸਾਈਡ ਵਾਲੀ ਫੋਕਲ ਲੈਂਥ ਯੂਜ਼ ਕਰਾਂਗੇ ਤੇ ਰਾਈਟ ਹੈਂਡ ਸਾਈਡ ਦਾ ਸੈਂਟਰ ਆਫ ਕਰਵੇਚਰ ਅਸੀਂ ਯੂਜ਼ ਕਰਾਂਗੇ। ਲੈਫਟ ਹੈਂਡ ਸਾਈਡ ਨਹੀਂ ਯੂਜ਼ ਕਰਦੇ ਹੈਗੇ मतलब ਇਹ ਵਾਲੀ ਸਾਈਡ ਅਸੀਂ ਨਹੀਂ ਯੂਜ਼ ਕਰਦੇ ਡਿਸਟੈਂसेस ਨਹੀਂ ਯੂਜ਼ ਕਰਦੇ ਠੀਕ ਹੈ ਕਿਉਂਕਿ ਇਸ ਸਾਈਡ ਅਸੀਂ ਆਬਜੈਕਟ ਰੱਖਣਾ ਇਮੇजेस ਇੱਧਰ ਬਣਨੀਆਂ ਇਹਦੀਆਂ ਠੀਕ ਹੈ। ਤਾਂ ਜਿਹੜੀ ਇਹਦੀ ਯੂਜ਼ ਹੋਣ ਵਾਲੀ ਜਿਹੜੀ ਫੋਕਲ ਲੈਂਥ ਹੈ ਉਹ F ਆ ਵਾਲੀ ਹੈ ਰਾਈਟ हैंड साइड वाली। इसे करके मैं ਤੁਹਾਨੂੰ ਕੀ ਲਿਖਾਇਆ ਸੀ ਪੋਜ਼ਿਟਿਵ है
क्योंकि देखो ये ओरिजिन तो अलोंग द पॉजिटिव एक्स एक्सिस मैं तुहानू की दस्सिया डिस्टेंस की लेने ने पॉजिटिव। फोकल लेंथ की है डिस्टेंस, इट इज द डिस्टेंस बिटवीन द ऑप्टिकल सेंटर एंड फोकस बस। ਤੇ ਫੋਕਸ ਤੁਹਾਨੂੰ ਪਤਾ ਕਿਹੜਾ ਪੁਆਇੰਟ ਹੁੰਦਾ ਇੱਕ ਉਹ ਪੁਆਇੰਟ ਜਦੋਂ ਰੇ ਆਫ ਲਾਈਟ ਪੈਰਲਲ ਟੂ ਪ੍ਰਿੰਸੀਪਲ ਐਕਸਿਸ ਲੈਂਸ ਤੇ ਫਾਲ ਹੋਊਗੀ ਆਫਟਰ ਰਿਫਲੈਕਸ਼ਨ ਉਹ ਇੱਕ ਪੁਆਇੰਟ ਤੇ ਜਾ ਕੇ ਮੀਟ ਕਰੂਗੀ that point is known as focus point। ठीक है मतलब ਤੁਸੀਂ ਆਹ ਵਾਲੀ ਫੋਕਲ ਲੈਂਥ ਦੀ ਯੂਜ਼ ਕਰਨੀ ਹੈ ਇਹ ਵਾਲੀ ਯੂਜ਼ ਨਹੀਂ ਕਰਨੀ। ठीक है ओके रेडियस ऑफ कर्वेचर का फोकस हो गया। सिमिलरली मैं एक ਤੁਹਾਨੂੰ कॉनकेव बारे भी गाइड कर देना है। मान लो साडे कोल की है कॉनकेव लेंस है इस तरीके इस है कॉनकेव लेंस। ठीक है जी ਇਹਦੇ ਸੈਂਟਰ ਚੋਂ ਪਾਸ ਹੋਣ ਵਾਲੀ ਐਕਸਿਸ ਨੂੰ ਅਸੀਂ ਫਿਰ ਕੀ ਬੋਲਾਂਗੇ ਪ੍ਰਿੰਸੀਪਲ ਐਕਸਿਸ। ਇਹ ਕੀ ਬੋਲਾਂਗੇ ਅਸੀਂ ਪ੍ਰਿੰਸੀਪਲ ਐਕਸਿਸ। ਇੱਥੇ ਬਿਲਕੁਲ ਇਹਦਾ ਸੈਂਟਰ ਨੂੰ ਬੋਲਾਂਗੇ ਆਪਟੀਕਲ ਸੈਂਟਰ ऑप्टिकल सेंटर। फिर इसका आई होगा फर्स्ट सरफेस ते ये हैगा दा सेकंड सरफेस। हुण तुसी मैनू की मैसेज करके दसो जिहड़ा फर्स्ट सरफेस है ओदा जिहड़ा सेंटर ऑफ कर्वेचर है वो मैनू दसो लेफ्ट हैंड साइड होएगा या राइट हैंड साइड फटाफट मैसेज करो। फर्स्ट सरफेस का सेंटर ऑफ कर्वेचर लेफ्ट हैंड साइड होना चाहिए है या राइट हैंड साइड होना चाहिए की लगता है? वेरी गुड एक बच्चे का आंसर आ गया लेफ्ट बिल्कुल वेरी गुड ईशान गर्ग भी मैसेज कर रहे हैं लेफ्ट बिल्कुल बच्चे देखो कर्व तो आप इस साइड तो मतलब जो कंपास रखेंगे फिर ही बनाओगे ना इस तरीके मतलब ਇਹਦਾ सेंटर ऑफ कर्वेचर इधर है। वैसे ये उलझन वाली गल नहीं है बट पता नहीं क्यों बच्चों मतलब नहीं पता लगता कई बार तां ही मैं तुहानू पूछिया तो ਇਹਦਾ ਜਿਹੜਾ सेंटर है वो इस साइड होगा तो लिख दो C1 ये सेंटर ऑफ ते इस ऑप्टिकल सेंटर ਦੇ ਵਿਚਕਾਰ ਦਾ ਜਿਹੜਾ डिस्टेंस होगा ਇੱਥੇ ਕਿਤੇ ਲਿਖ दो F1। ठीक है नाम वही ने सेंटर ऑफ कर्वेचर एक ये फोकस डिस्टेंस वही होंगे रेडियस ऑफ कर्वेचर मतलब सेंटर तो ऑप्टिकल सेंटर तक दा डिस्टेंस रेडियस ऑफ कर्वेचर ते ये होगी फोकल लेंथ ये हो गया R1 ये हो गया इस लेंस दी ना ਅਸੀਂ ਇਹ ਵਾਲੀ फोकल लेंथ यूज करते हैं तो ये देखो ओरिजिन तो लेफ्ट हैंड साइड है ਇਸੇ ਕਰਕੇ मैं ਤੁਹਾਨੂੰ ਸਟਾਰਟਿੰਗ ਚ ਕੀ ਲਿਖਾਇਆ ਸੀ फोकल लेंथ ਕੀ ਹੁੰਦੀ ਹੈ ਕਨਕੇਵ ਦੀ नेगेटिव। राइट हैंड ਹੁਣ ਕਈਆਂ ਨੇ ਸੋਚਦੇ ਨੇ ਸਰ ਇਹਦੀ ਰਾਈਟ ਹੈਂਡ ਸਾਈਡ ਤੇ ਨਹੀਂ ਹੋ ਸਕਦੀ ਰਾਈਟ ਹੈਂਡ ਸਾਈਡ ਤੇ ਇਹਦੀ ਵੀ फोकल लेंथ ਹੁੰਦੀ ਹੈ ਬਟ ਅਸੀਂ ਉਹਨੂੰ ਯੂਜ਼ ਨਹੀਂ ਕਰਦੇ ਸਾਡੇ ਸਾਈਨ ਕਨਵੈਨਸ਼ਨਸ ਦੇ ਅਕੋਰਡਿੰਗ ਅਸੀਂ ਇਹਨੂੰ ਯੂਜ਼ ਨਹੀਂ ਕਰਦੇ। C2 ਇਧਰ ਕੀ F2 ਉਹ ਸਾਈਨ ਕਨਵੈਨਸ਼ਨਸ ਬਾਰੇ डिटेल ਜਦੋਂ ਅਸੀਂ ਇਮੇਜ ਫਾਰਮੇਸ਼ਨ ਬਣਾਵਾਂਗੇ ਫਿਰ ਤੁਹਾਨੂੰ ਹੋਰ ਵੀ ਕਲੀਅਰ ਹੋਊਗਾ। ਜੇ ਤੁਸੀਂ ਇਹ ਦੇਖਣਾ ਹੈ आ डिस्टेंस तो आ भी की है जी फोकल लेंथ है। ठीक है तो ये वाला डिस्टेंस है रेडियस ऑफ कर्वेचर है ये वाले पॉजिटिव होंगे मतलब ये हो गया F2 एक हो गया R। ठीक है लेफ्ट हैंड साइड वाले मतलब आ भी नेगेटिव ये भी नेगेटिव तो इन्हों ही असी यूज करांगे इन्हों असी यूज ये नहीं करते जे तुसी यूज करना है तो इन्हों पॉसिबल ले सकते बट वो अकॉर्डिंग सारे मतलब यानी कि ਜਿਹੜੇ ਫਾਰਮੂਲਾਸ ਵਗੈਰਾ ਨੇ ਉਹ ਸਾਰੇ ਚੇਂਜ ਹੋ ਜਾਂਦੇ ਜਿਹੜੇ ਸਾਡੇ ਬਣੇ ਹੋਏ ਕਰ ਸਕਦੇ ਹੋ ਕੋਈ ਦਿੱਕਤ ਕੋਈ ਨਹੀਂ ਫਿਰ ਆਪਣੇ ਅਕੋਰਡਿੰਗ ਤੁਹਾਨੂੰ ਸਾਈਨ ਕਨਵੈਨਸ਼ਨਸ ਕੀ ਮੋਡੀਫਾਈ ਕਰਨੀਆਂ ਪੈਣੀਆਂ मतलब जिथे बुक वाले नेगेटिव लिखा हुआ है तो उन्हें प्लस करना पड़ेगा जिथे प्लस उसे नेगेटिव करना पड़ेगा सारा कुछ चेंज करना पड़ेगा। तो ये है जी इनफॉर्मेशन कॉनकेव ते कन्वेक्स लेंस दी जिहदे विच असीं इहदे विच की पढ़िया भी जिहड़ा कन्वेक्स लेंस की सेंटर तो थिक हुंदा है एजिस तो थिन हुंदा है ते प्रिंसीपल एक्सिस की एक इमेजिनरी लाइन जिहड़ी ऑप्टिकल सेंटर चों पास हुंदी है लेंस दे उहनूं असीं की बोलदे हैं प्रिंसीपल एक्सिस। तो उस प्रिंसिपल एक्सिस पे की है एक पॉइंट द सेंटर ऑफ कर्वेचर की है द डिस्टेंस बिटवीन द ऑप्टिकल सेंटर एंड द सेंटर ऑफ कर्वेचर इज नोन एज सेंटर ऑफ कर्वेचर। ते फिर इस तो बाद असी तुहानूं दस्सिया फोकस की है
the distance focus की it is a point when a ray of lights parallel to the principal axis after refraction of through a convex lens it converges at a point that point is known as focus ठीक है ਜਿਸ ਜੇ ਤੁਸੀਂ ਉਹਦੇ ਵਿੱਚ ਲਿਖਣਾ ਕਨਕੇਵ ਵਾਸਤੇ ਤਾਂ ਲਿਖ ਦੋ ਵੀ ਇੱਕ ਉਹ ਪੁਆਇੰਟ ਜਿੱਥੇ ਜਿਹੜੀ ਰੇ ਆਫ ਲਾਈਟਸ ਕੀ ਹੈ ਡਾਈਵਰਜ ਕਰ ਦਿੰਦੇ ਨੇ ਡਾਈਵਰਜ ਕਰਦੀ ਹੈ ਤਾਂ ਉਹਨੂੰ ਅਸੀਂ ਕੀ ਬੋਲਦੇ ਹਾਂ ਉਹਨੂੰ ਵੀ ਅਸੀਂ ਕੀ ਹੈ ਫੋਕਸ ਪੁਆਇੰਟ ਬੋਲਦੇ ਹਾਂ अच्छा तो फोकल लेंथ की है इट इज द डिस्टेंस बिटवीन द ऑप्टिकल सेंटर एंड फोकल एक ही हो गया यदि अपने को फोकल लेंथ इज द डिस्टेंस बिटवीन ऑप्टिकल सेंटर एंड फोकस सॉरी मैं पहला फोकल बोल रहा ਸੀਗਾ डिस्टेंस बिटवीन ऑप्टिकल सेंटर एंड फोकस इज नोन एज फोकल लेंथ ਐਵੇਂ ਤੁਸੀਂ ਇਹਨੂੰ ਬੋਲ ਸਕਦੇ ਇਸ ਤੋਂ ਬਾਅਦ ਇਹਦੇ ਵਿੱਚ ਬੱਚੇ ਸਾਡੇ ਕੋਲ ਰੂਲਸ ਆਉਂਦੇ ਨੇ ਰੂਲਸ ਟੂ ਫਾਰਮ ਇਮੇਜ ਰੂਲਸ ਟੂ form image ਅੱਜ ਸਿਰਫ ਰੂਲ ਹੀ ਦੱਸੇ ਜਾਣਗੇ ਨੈਕਸਟ ਕਲਾਸ ਦੇ ਵਿੱਚ ਅਸੀਂ ਇਹਨਾਂ ਦੀ ਡਾਇਗਰਾਮ ਬਣਾਵਾਂਗੇ ਰੇ ਡਾਇਗਰਾਮਸ ਤਾਂ ਇੱਕ ਰੂਲ ਤਾਂ ਕੀ ਕਹਿੰਦਾ ਜੀ ਕਿ ਅਗਰ ਤੁਹਾਡੇ ਕੋਲ ਇੱਕ ਕਨਵੈਕਸ ਲੈਂਸ ਹੈ ਤੇ ਇਹ ਜੀ ਕੀ ਹੈ ਤੁਹਾਡੇ ਕੋਲੇ ਪ੍ਰਿੰਸੀਪਲ ਐਕਸਿਸ ਹੋ ਗਈ ਬਿਲਕੁਲ ਮਿਡ ਦੇ ਵਿੱਚ ਇਹ ਬਣਾਉਣੀ ਹੈ अगर कोई रे ऑफ लाइट पैरेलल टू प्रिंसिपल एक्सिस इंसिडेंट करवाओगे इस लेंस से लाइक दिस तो आफ्टर रिफ्रैक्शन ये जो रेज ने एक पर्टिकुलर पॉइंट पे जाके मीट कर देंगे like this and this point is known as focus एक तो है जिन्नियां भी रे ऑफ लाइट्स पैरेलल टू प्रिंसिपल एक्सिस पास कराओगे वो इस पॉइंट पे जाके मीट करने दूसरा रूल की कहना है कि अगर ਤੁਹਾਡੇ ਕੋਲ कन्वेक्स लेंस है कन्वेक्स लेंस ये होगी प्रिंसिपल एक्सिस अगर कोई रे ऑफ लाइट ऑप्टिकल सेंटर जो पास करेगी तो बिल्कुल स्ट्रेट जाएगी ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਰਿਫਲੈਕਸ਼ਨ ਨਹੀਂ ਹੁੰਦੀ ਬਸ ਦੋ ਰੂਲ ਧਿਆਨ ਚ ਰੱਖਣੇ ਫਿਰ ਅਸੀਂ ਕਰਨੇ ਇਹਨਾਂ ਦੋ ਰੇਜ਼ ਨੂੰ ਅਸੀਂ ਯੂਜ਼ ਕਰਾਂਗੇ ਜਿੱਥੇ ਆਪਸ ਦੋ ਰੇਜ਼ मीट करिया करनगियां उत्थे साडे कोल इमेज बन जाया करू जे ते एक्चुअली मीट करनी है फिर तो रियल इमेज बन जाऊ जे सानू इमेजिनेशन ही इन्हां नूं ड्रॉ करना पै दैट मींस फिर की बन गई फिर वर्चुअल इमेज बन गई एक ना कई बार मतलब बच्चों को ये होंदा भी फोकस ते जाके ही क्यों मीट करती है जां जिहड़े पॉइंट ते मतलब केड़ा पॉइंट होगा जिथे रे ऑफ लाइट आफ्टर रिफ्रैक्शन मीट करती है ठीक है तो उन्होंने थोड़ा जिहा मैं समझाउण दी कोशिश करदा है the actual की है मान लो ये लेंस कन्वेक्स लेंस ड्राइंग थोड़ी देख लो ठीक है ठीक ठाक ही होती है देखो कन्वेक्स लेंस ये ऑप्टिकल सेंटर तो देखो बाहर की एयर है अंदर देखिए ग्लास ते फर्स्ट सरफेस दा सुन मैं दस्या सेंटर इस साइड होंदा है C1 सेकंड सरफेस दा सेंटर इस साइड होगा C2 ਹੁਣ ਮੰਨ ਲਓ मैं ਤੁਹਾਨੂੰ कह रहा भी एक रे ऑफ लाइट आई ऐदा पैरेलल टू प्रिंसिपल एक्सिस तो देखो सब तो पहला होगी एयर टू ग्लास एंटर करूगी मतलब रेयर टू डेंसर तो बेंड होगी टूवर्ड्स नॉर्मल तो पहला सानू इत्थे की नॉर्मल ड्रॉ कर लेना चाहिए हुण इस पॉइंट ते नॉर्मल ड्रॉ करने वास्ते ਅਸੀਂ ਕੀ ਕਰਾਂਗੇ ਜਿਹੜਾ ਸਰਫੇਸ ਦਾ ਸੈਂਟਰ ਹੈ ਉੱਥੋਂ ਇੱਕ ਸਟ੍ਰੇਟ ਲਾਈਨ ड्रॉ करना वो नॉर्मल होगा ਇਹਦਾ दिस इज द नॉर्मल ਇੱਥੇ ਜਾਣਾ ਠੀਕ ਹੈ ऐदा तो अपन पता जो रे ऑफ लाइट रेयर टू डेंसर जाती है तो बेंड होती है टूवर्ड्स नॉर्मल तो देखो बच्चे ये लाइट ऐदा बेंड हो जाएगी मतलब रे ऑफ लाइट ऐदा बेंड होगी ठीक है ये रे ऑफ लाइट
कुछ इदा बेंड होगी, ठीक है। अच्छा फिर इस पॉइंट ते जो आऊगी फिर की होगा, वो डेंसर टू रेयरर जाने की कोशिश करूगी, तो इस पॉइंट ते असीं फिर की बनावांगे दा नॉर्मल, आ नॉर्मल आ गया। तो हुण असीं की पढ़ेगा कि व्हेन अ रे ऑफ लाइट ट्रैवल फ्रॉम डेंसर टू रेयरर मीडियम इट बेंड अवे फ्रॉम द नॉर्मल, जो कित्थे ते इस रे ऑफ लाइट ने बिल्कुल इदा स्टेट जाना सी, बट ये इस नॉर्मल तो की हो जाएगी, दूर शिफ्ट हो जाएगी। हाँ, फिर वो इसे करके इस पॉइंट पे आके जाके की करती है, कन्वर्ज होती है। तो जिन्नियां भी रेज ने ना वो पैरेलल टू प्रिंसिपल एक्सिस ने वो रिफ्रैक्शन दा लॉ नु फॉलो करदियां ने, ठीक है। फिर ही मतलब इस पॉइंट ते होंदियां ते इस पॉइंट नु ਅਸੀਂ ਕੀ ਬੋਲਿਆ ਫਿਰ बस सिमिलरली ਜਦੋਂ ਇੱਥੋਂ रे ऑफ लाइट ਐਵੇਂ ਆਊਗੀ ਤਾਂ रे ऑफ लाइट थोड़ी जी बेंड होगी, ठीक है, फिर होर जगह बेंड होगी ਇੱਥੇ ਐਵੇਂ ਇਦਾਂ। पर ना बुक ਦੇ ਵਿੱਚ ਬੈਂਡਿੰਗ ਇਸ ਤਰੀਕੇ ਨਾਲ ਦਿਖਾਈ ਨਹੀਂ ਹੁੰਦੀ ਹੈਗੀ, बुक वाले किवें दिखाउणगे ਜਾਂ ਤੁਸੀਂ ਵੀ ਦਿਖਾ ਸਕਦੇ ਹੋ, ਕੋਈ ਦਿੱਕਤ ਨਹੀਂ ਹੈਗੀ। इस तरह तरीके ਨਾਲ ਤੁਹਾਡੇ ਕੋਲ ਲੈਂਸ ਹੈ, ਆ ਤੁਹਾਡੇ ਕੋਲ ਪ੍ਰਿੰਸੀਪਲ ਐਕਸਿਸ ਹੈ, ਇੱਥੇ ਇੱਕ ਰੇ ਆਫ ਲਾਈਟ ਲੈ ਕੇ ਉਹ ਸੈਂਟਰ ਤੋਂ ਦਿਖਾ ਦਿਓ ਬਸ ਇੱਦਾਂ ਇੱਦਾਂ ਇਸ ਤਰੀਕੇ ਨਾਲ ਇਹ ਵੀ ਦਿਖਾ ਦੋਗੇ ਤਾਂ ਵੀ ਸਹੀ ਹੈ, ਆ ਤਾਂ ਤੁਹਾਡਾ ਬਿਲਕੁਲ ਐਕੂਰੇਟ ਹੈਗਾ ਹੀ ਹੈ, ਠੀਕ ਹੈ ਜੀ। ਤਾਂ ਐਜ਼ ਇਟ ਇਜ਼ ਹੁਣ ਤੁਸੀਂ ਨਾ ਘਰੇ ਕੀ ਕਰਨਾ ਹੈਗਾ, ਕਨਕੇਵ ਲੈਂਸ ਬਣਾ ਲੈਣਾ, ठीक है। और प्रिंसिपल एक्सिस होगी, तुसी ये देखना भी जो रे ऑफ लाइट पैरेलल टू प्रिंसिपल एक्सिस एक कनकेव लेंस ते फॉल होएगी, तो रिफ्रैक्शन दे कॉन्सेप्ट दे अकॉर्डिंग इहदे मतलब यानी रिफ्रैक्शन दा कॉन्सेप्ट इहदे ते अप्लाई करियो ते देखियो कि जिहड़ी रे ऑफ लाइट है आफ्टर रिफ्रैक्शन कन्वर्ज हुंदी है ਜਾਂ डाइवर्ज होंदी है, तुहानू पता लग जाऊगा भी इहदे विच डाइवर्ज होगी, इसे करके इहनू डाइवर्जिंग लेंस बोलेगा, ठीक है। ये तुसी इन्ना काम की घरे करके देखियो ते मैं नोट्स तुहानू आज सेंड करूंगा, ठीक है जी। थैंक यू, टेक केयर।